ਰਾਮ ਰਹੀਮ ਦੀ ਸੁਰੱਖਿਆ ਨੂੰ ਲੈ ਕੇ ਵਿਵਾਦ ਖੜੇ ਹੋਏ ਨੇ। ਸਵਾਲ ਵੀ ਉੱਠ ਰਹੇ ਨੇ ਕਿ ਆਖਰਕਾਰ ਇੱਕ ਅਪਰਾਧੀ ਨੂੰ ਸੁਰੱਖਿਆ ਕਿਉਂ ਦਿੱਤੀ ਗਈ। ਕਿਸ ਤਰ੍ਹਾਂ ਦੀ ਹੁਣ ਸੁਣਵਾਈ ਹੈ ਜਿਹੜੀ ਹਾਈ ਕੋਰਟ ਦੇ ਵਿੱਚ ਆਈ ਹੈ। ਪਰ ਜਿਹੜਾ ਬੰਦਾ 4 ਕੇਸਾਂ ਦੇ ਵਿੱਚ ਸਜ਼ਾ ਭੁਗਤਦਾ ਹੋਵੇ ਉਸ ਬੰਦੇ ਦੇ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੇ ਅੰਸ਼ਲ ਛਤਰਪਤੀ ਨੇ, ਰਾਮਚੰਦਰ ਛਤਰਪਤੀ ਦੇ ਸੁਪੁੱਤਰ, ਕਿਉਂਕਿ ਰਾਮਚੰਦਰ ਛਤਰਪਤੀ ਜਿਹੜੇ ਸਿਰਸਾ ਦੇ ਵਿੱਚ ਅਖਬਾਰ ਕੱਢਦੇ ਸੀ ਪੂਰਾ ਸੱਚ, ਉਹਨਾਂ ਦੇ ਸੁਪੁੱਤਰ ਨੇ। ਸਰਕਾਰ ਦਾ ਕੰਮ ਹੁੰਦਾ ਸੁਰੱਖਿਆ ਦੇਣਾ, ਕੈਦੀ ਹੋਵੇ ਚਾਹੇ ਬੇਸ਼ੱਕ, ਸਾਡਾ ਸੁਰੱਖਿਆ ਦੇਣਾ ਉਹਨੂੰ ਸਾਡਾ ਕੰਮ ਆ ਸਰਕਾਰ ਦਾ। ਪਰ ਦੂਜੇ ਪਾਸੇ ਜਿਹੜੇ ਗ੍ਰਹਿ ਮੰਤਰੀ ਨੇ ਨਿਲ ਵਿਜ, ਉਹ ਕਹਿੰਦੇ ਮੇਰੇ ਧਿਆਨ ਦੇ ਵਿੱਚ ਨਹੀਂ। ਜਿਹੜੇ ਗ੍ਰਹਿ ਮੰਤਰੀ ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਸੁਰੱਖਿਆ Z+ ਮਿਲ ਗਈ। ਉਹਦੀ ਪੈਰੋਲ ਕਈ ਵਾਰੀ ਰੱਦ ਹੋ ਗਈ। ਇੱਕ ਵਾਰੀ ਉਹਨੇ ਕਿਹਾ ਮੇਰੀ ਮਾਤਾ ਦੇ ਮੈਂ ਇਲਾਜ ਵਾਸਤੇ ਜਾਣਾ, ਇੱਕ ਵਾਰੀ ਕਿਹਾ ਮੇਰੀ ਮੂੰਹ ਬੋਲੀ ਇੱਕ ਕੁੜੀ ਧੀ ਹੈ ਉਹਦੇ ਵਿਆਹ ਤੇ ਜਾਣਾ ਹੈਗਾ, ਉਦੋਂ ਪੈਰੋਲ ਨਹੀਂ ਦਿੱਤੀ ਗਈ ਸੀ। ਫਿਰ ਉਹਨੂੰ ਇੱਕ ਦਿਨ ਦੀ ਪੈਰੋਲ ਦੇ ਵੀ ਦਿੱਤੀ ਗਈ ਸੀ ਜਦੋਂ ਉਹਦੀ ਮਾਤਾ ਗੁੜਗਾਉਂ ਦੇ ਹਸਪਤਾਲ ਦੇ ਵਿੱਚ ਦਾਖਲ ਸੀ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਾਂ ਉਹਨਾਂ ਦੀ ਪਰੋਲ ਨੂੰ ਲੈ ਕੇ ਸਿੱਖ ਵੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਡਬਲ ਕਾਨੂੰਨ ਆ। ਸਿੱਖਾਂ ਦੇ ਲਈ ਕੋਈ ਹੋਰ ਆ ਤੇ ਇਹਨਾਂ ਦੇ ਲਈ ਕੋਈ ਹੋਰ ਕਾਨੂੰਨ ਆ, ਉਹਨਾਂ ਨੂੰ ਕਿਉਂ ਪਰੋਲ ਨਹੀਂ? ਤੁਸੀਂ ਡਬਲ ਕਾਨੂੰਨ ਦੀ ਗੱਲ ਨਾ ਕਰੋ। ਇੱਕ ਬੰਦਾ ਜਿਹਦੋਂ ਵੋਟਾਂ ਦਾ ਸੌਦਾ ਮਾਰਨਾ ਕਾਨੂੰਨ ਹੋਰ ਹੈ, ਦੂਜੇ ਬੰਦੇ ਵਾਸਤੇ ਕਾਨੂੰਨ ਹੋਰ ਹੈ। ਬੀਤੇ ਦਿਨੀ ਹਰਿਆਣਾ ਸਰਕਾਰ ਨੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ Z+ ਸੁਰੱਖਿਆ ਦਿੱਤੀ, ਜਿੱਤੇ ਕਈ ਸਵਾਲ ਖੜੇ ਹੋਏ। ਕੁਝ ਲੋਕਾਂ ਦੇ ਵੱਲੋਂ ਇਸ ਦੇ ਖਿਲਾਫ ਪਟੀਸ਼ਨ ਦਾਖਲ ਕੀਤੀ ਗਈ। ਉਸ ਤੇ ਹੁਣ ਜਿਹੜਾ ਫੈਸਲਾ ਆਇਆ ਤੇ ਟਿੱਪਣੀ ਕੀਤੀ ਹੈ। ਗੱਲਬਾਤ ਕਰਦੇ ਹਾਂ ਸਾਡੇ ਨਾਲ ਚੈਨਲ ਦੇ ਸੀਨੀਅਰ ਐਡੀਟਰ ਨੇ ਜਸਪਾਲ ਸਿੰਘ ਢਿੱਲੋਂ। ਗੱਲਬਾਤ ਕਰਦੇ ਹਾਂ। ਢਿੱਲੋਂ ਸਾਹਿਬ, ਰਾਮ ਰਹੀਮ ਦੀ ਸੁਰੱਖਿਆ ਨੂੰ ਲੈ ਕੇ ਵਿਵਾਦ ਖੜੇ ਹੋਏ ਨੇ। ਸਵਾਲ ਵੀ ਉੱਠ ਰਹੇ ਨੇ ਕਿ ਆਖਰਕਾਰ ਇੱਕ ਅਪਰਾਧੀ ਨੂੰ ਸੁਰੱਖਿਆ ਕਿਉਂ ਦਿੱਤੀ ਗਈ। ਕਿਸ ਤਰ੍ਹਾਂ ਦੀ ਹੁਣ ਸੁਣਵਾਈ ਹੈ ਜਿਹੜੀ ਹਾਈ ਕੋਰਟ ਦੇ ਵਿੱਚ ਆਈ ਹੈ? ਦੇਖੋ, ਪਹਿਲੀ ਗੱਲ ਤਾਂ ਜਦੋਂ ਉਹਦੀ ਪੈਰੋਲ ਹੋਈ ਹੈ ਉਹਦੇ ਵਿੱਚ ਕਹਿੰਦੇ ਸਿਰਸਾ ਦੇ ਕਮਿਸ਼ਨਰ ਤੋਂ ਇਹਨਾਂ ਨੇ ਤੇ ਦੂਜਾ ਜੇਲ੍ਹ ਸੁਪਰਡੈਂਟ ਨੇ ਕੁਝ ਜਿਹੜੇ ਦਸਤਾਵੇਜ਼ ਆ ਉਹ ਲਾਏ ਹੈ ਕਿ ਇਹਦਾ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਇਹਦਾ ਵਰਤਾਓ ਚੰਗਾ ਹੈ, ਇਹਦਾ ਰਹਿਣ ਸਹਿਣ ਚੰਗਾ ਹੈ, ਇਹ ਬਾਹਰ ਜਾ ਕੇ ਖਤਰਾ ਨਹੀਂ ਹੋ ਸਕਦਾ। ਪਰ ਜਿਹੜਾ ਬੰਦਾ 4 ਕੇਸਾਂ ਦੇ ਵਿੱਚ ਸਜ਼ਾ ਭੁਗਤਦਾ ਹੋਵੇ ਉਸ ਬੰਦੇ ਦੇ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੇ ਅੰਸ਼ਲ ਛਤਰਪਤੀ ਨੇ, ਰਾਮਚੰਦਰ ਛਤਰਪਤੀ ਦੇ ਸੁਪੁੱਤਰ, ਕਿਉਂਕਿ ਰਾਮਚੰਦਰ ਛਤਰਪਤੀ ਜਿਹੜੇ ਸਿਰਸਾ ਦੇ ਵਿੱਚ ਅਖਬਾਰ ਕੱਢਦੇ ਸੀ ਪੂਰਾ ਸੱਚ, ਉਹਨਾਂ ਦੇ ਸੁਪੁੱਤਰ ਨੇ। ਦੂਜੇ ਪਾਸੇ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਨੇ ਪਰਮਜੀਤ ਸਿੰਘ ਸੋਲੀ, ਇਹਨਾਂ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਪਾਇਆ ਸੀ ਕਿ ਇਸ ਬੰਦੇ ਨੂੰ ਪੈਰੋਲ ਕਿਵੇਂ ਮਿਲ ਗਈ, ਇਸ ਬੰਦੇ ਨੂੰ ਜਿਹੜੀ Z ਸਿਕਿਉਰਿਟੀ ਕਿਵੇਂ ਦਿੱਤੀ ਗਈ। ਇਹਦੇ ਤੇ ਅੱਜ ਸੁਣਵਾਈ ਹੋਈ, ਅੱਜ ਵਾਸਤੇ ਰੱਖਿਆ ਗਿਆ ਸੀ ਮਾਨਯੋਗ ਅਦਾਲਤ ਵੱਲੋਂ। ਅਦਾਲਤ ਨੇ ਕਿਹਾ, ਉਹ ਕਹਿੰਦੀ ਵੀ ਬੰਦਾ ਅਪਰਾਧੀ ਹੈ। ਹੁਣ ਅਦਾਲਤ ਨੇ ਇਹ ਗੱਲ ਤੈਅ ਕੀਤੀ ਹੈ ਕਿ 25 ਤਰੀਕ ਨੂੰ ਦੁਬਾਰਾ ਅਦਾਲਤ 'ਤੇ ਸੁਣਵਾਈ ਕਰੇਗੀ। ਹਾਈ ਕੋਰਟ ਦੱਸੇਗੀ ਉਹ ਕਿਹੜੇ ਪੱਧਰ ਦਾ ਅਪਰਾਧੀ ਹੈ, ਕਿਸ ਕੈਟਾਗਰੀ ਦੇ ਵਿੱਚ ਉਹਨੂੰ ਰੱਖਣਾ, ਕਿਸ ਕੈਟਾਗਰੀ ਦੇ ਵਿੱਚ ਨਹੀਂ ਰੱਖਣਾ। ਇਹ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਸੀਗਾ ਔਰ ਵੋਟਾਂ ਲੰਘ ਗਿਆ, ਇੱਕ ਵੱਖਰੀ ਗੱਲ ਹੈ। ਲੇਕਿਨ ਸਰਸੇ ਵਾਲੇ ਦੀ ਪੈਰੋਲ ਬਾਰੇ ਸਾਰਿਆਂ ਥਾਵਾਂ ਦੇ ਉੱਤੇ ਪ੍ਰਚਲਿਤ ਹੈ ਕਿ ਵੱਡੀ ਪੱਧਰ ਦੇ ਉੱਤੇ ਇਸ ਦੀ ਪੈਰੋਲ ਨੂੰ ਲੈ ਕੇ ਚਰਚਾ ਸੀ ਕਿ ਉਹਦੇ ਨਾਲ ਇੱਕ ਸੌਦਾ ਮਾਰਿਆ ਗਿਆ ਜਿਹੜੀਆਂ ਚੋਣਾਂ ਦੇ ਵਿੱਚ ਉਹ ਤੋਂ ਕੰਮ ਲਿਆ ਜਾ ਸਕੇ। ਇਹ 10 ਤਰੀਕ ਦੱਸੂਗੀ ਕਿ ਉਹ ਸੌਦਾ ਕਿਹਦੇ ਨਾਲ ਵੱਜਿਆ। ਅਜੇ ਤੱਕ ਸਾਰੇ ਹੀ ਆਪੋ ਆਪਣਾ ਵੱਧ ਦਾਅਵਾ ਕਰ ਰਹੇ ਨੇ ਕਿ ਸਾਨੂੰ ਵੋਟਾਂ ਪੈ ਗਈਆਂ, ਸਾਨੂੰ ਵੋਟਾਂ ਪੈ ਗਈਆਂ। ਪਈਆਂ ਕਿਹਨੂੰ ਨੇ ਪਤਾ ਨਹੀਂ, ਇਹ 10 ਤਰੀਕ ਦੱਸੇਗਾ ਜੀ। ਮੈਂ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਦਾ ਬਿਆਨ ਸੁਣ ਰਿਹਾ ਸੀ ਹੁਣੇ। ਉਹ ਕਹਿੰਦੇ ਵੀ ਸਰਕਾਰ ਦਾ ਕੰਮ ਹੁੰਦਾ ਸੁਰੱਖਿਆ ਦੇਣਾ, ਕੈਦੀ ਹੋਵੇ ਚਾਹੇ ਬੇਸ਼ੱਕ, ਸਾਡਾ ਸੁਰੱਖਿਆ ਦੇਣਾ ਉਹਨੂੰ ਸਾਡਾ ਕੰਮ ਆ ਸਰਕਾਰ ਦਾ। ਪਰ ਦੂਜੇ ਪਾਸੇ ਜਿਹੜੇ ਗ੍ਰਹਿ ਮੰਤਰੀ ਨੇ ਨਿਲ ਵਿਜ, ਉਹ ਕਹਿੰਦੇ ਮੇਰੇ ਧਿਆਨ ਦੇ ਵਿੱਚ ਨਹੀਂ। ਜਿਹੜੇ ਗ੍ਰਹਿ ਮੰਤਰੀ ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਸੁਰੱਖਿਆ Z+ ਮਿਲ ਗਈ। ਦੇਖੋ, ਇਹ ਜਿਹੜਾ ਦੇਣਾ ਤਾਂ ਇਹ ਗੱਲ ਤਾਂ ਕਰਨੀ ਪੈਣੀ ਸੀਗੀ ਅਨਿਲ ਵਿਜ ਜੀ ਨੂੰ। ਗ੍ਰਹਿ ਮੰਤਰੀ ਤਾਂ ਉਹ ਨੇ। ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਸੁਰੱਖਿਆ ਦੇਣਾ ਸਾਡਾ ਫਰਜ਼ ਆ, ਦਿਓ। ਪੈਰੋਲ ਲੈਣਾ ਵੀ ਕਿਸ ਦਾ ਕਾਨੂੰਨੀ ਅਧਿਕਾਰ ਹੈ, ਇਹਦੇ ਵਿੱਚ ਕੋਈ ਗੱਲ ਨਹੀਂ 3 ਸਾਲ ਤੋਂ ਬਾਅਦ। ਪਰ ਇਹ ਸਮਾਂ ਕਿਉਂ ਚੁਣਿਆ ਗਿਆ? ਉਹਦੇ 3 ਸਾਲ ਪੂਰੇ ਹੋਣ ਤਾਂ ਖਾਸਾ ਚਿਰ ਹੋ ਗਿਆ। ਪਹਿਲਾਂ ਉਹਦੀ ਪੈਰੋਲ ਕਈ ਵਾਰੀ ਰੱਦ ਹੋ ਗਈ। ਇੱਕ ਵਾਰੀ ਉਹਨੇ ਕਿਹਾ ਮੇਰੀ ਮਾਤਾ ਦੇ ਮੈਂ ਇਲਾਜ ਵਾਸਤੇ ਜਾਣਾ, ਇੱਕ ਵਾਰੀ ਕਿਹਾ ਮੇਰੀ ਮੂੰਹ ਬੋਲੀ ਇੱਕ ਕੁੜੀ ਧੀ ਹੈ ਉਹਦੇ ਵਿਆਹ ਤੇ ਜਾਣਾ ਹੈਗਾ, ਉਦੋਂ ਪੈਰੋਲ ਨਹੀਂ ਦਿੱਤੀ ਗਈ ਸੀ। ਫਿਰ ਉਹਨੂੰ ਇੱਕ ਦਿਨ ਦੀ ਪੈਰੋਲ ਦੇ ਵੀ ਦਿੱਤੀ ਗਈ ਸੀ ਜਦੋਂ ਉਹਦੀ ਮਾਤਾ ਗੁੜਗਾਉਂ ਦੇ ਹਸਪਤਾਲ ਦੇ ਵਿੱਚ ਦਾਖਲ ਸੀ। ਸੋ ਇਸ ਦੇ ਵਿੱਚ ਜਿਹੜਾ ਹਰਿਆਣਾ ਦਾ ਮੁੱਖ ਮੰਤਰੀ ਹੈ ਉਹਦਾ ਜਿਹੜਾ ਬਿਆਨ ਹੈ ਉਹ ਕੋਈ ਬਾਹਲਾ ਨਹੀਂ ਰੱਖਦਾ। ਹੁਣ ਅਦਾਲਤ ਨੇ ਤੈਅ ਕਰਨਾ ਹੈ ਵੀ ਜੋ ਕੁਛ ਇਹ ਕੀਤਾ ਗਿਆ ਉਹ ਠੀਕ ਕੀਤਾ ਗਿਆ ਜਾਂ ਨਹੀਂ ਠੀਕ ਕੀਤਾ ਗਿਆ। ਢਿੱਲੋਂ ਸਾਹਿਬ, ਜਿਸ ਤਰ੍ਹਾਂ ਰਾਮ ਰਹੀਮ ਨੂੰ ਪਰੋਲ ਦੇ ਦਿੱਤੀ ਗਈ ਆ, ਪੰਜਾਬ ਦੇ ਵਿੱਚ ਸਵਾਲ ਉੱਠਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਾਂ ਉਹਨਾਂ ਦੀ ਪਰੋਲ ਨੂੰ ਲੈ ਕੇ। ਸਿੱਖ ਵੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਡਬਲ ਕਾਨੂੰਨ ਆ। ਸਿੱਖਾਂ ਦੇ ਲਈ ਕੋਈ ਹੋਰ ਆ ਤੇ ਇਹਨਾਂ ਦੇ ਲਈ ਕੋਈ ਹੋਰ ਕਾਨੂੰਨ ਆ, ਉਹਨਾਂ ਨੂੰ ਕਿਉਂ ਪਰੋਲ ਨਹੀਂ? ਉਹ ਤਾਂ ਪੈਰੋਲ ਮੰਗਦੇ ਹੀ ਨਹੀਂ। ਪੈਰੋਲ ਤਾਂ ਇੱਕ ਵਾਰੀ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆ ਉਹਨਾਂ ਨੂੰ ਦਿੱਤੀ ਜਾ ਚੁੱਕੀ ਹੈ 45 ਦਿਨਾਂ ਦੀ। ਉਹ ਕਹਿੰਦੇ ਨੇ ਕਿ ਉਹ ਸਜ਼ਾਵਾਂ ਪੂਰੀਆਂ ਕਰ ਗਏ ਨੇ।
ਜਦੋਂ ਉਹਨਾਂ ਦੀਆਂ ਸਜ਼ਾਵਾਂ ਹੀ ਪੂਰੀਆਂ ਹੋ ਗਈਆਂ ਫਿਰ ਉਹਨਾਂ ਨੂੰ ਰਿਹਾ ਕੀਤਾ ਜਾਵੇ। ਇਹ ਮੰਗ ਸਭ ਤੋਂ ਪਹਿਲਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਅਮਿਤ ਸ਼ਾਹ ਨਾਲ ਮੀਟਿੰਗ ਦੇ ਵਿੱਚ ਚੁੱਕੀ ਸੀ। ਇਹ ਮੰਗ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਚੱਕ ਰਹੀਆਂ ਨੇ, ਕਈ ਹੋਰ ਵੀ ਇਹਦੇ ਤੇ ਉਠਾ ਰਹੇ ਨੇ ਕਿ ਬਹੁਤ ਸਾਰੇ ਬੰਦੀ ਸਿੱਖ ਜਿਨ੍ਹਾਂ ਨੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਈਆਂ ਨੂੰ ਵੀ 3-3 4-4 ਸਾਲ ਹੋ ਗਏ। ਇਸ ਕਰਕੇ ਤੁਸੀਂ ਡਬਲ ਕਾਨੂੰਨ ਦੀ ਗੱਲ ਨਾ ਕਰੋ। ਇੱਕ ਬੰਦਾ ਜਿਹਦੋਂ ਵੋਟਾਂ ਦਾ ਸੌਦਾ ਮਾਰਨਾ ਕਾਨੂੰਨ ਹੋਰ ਹੈ, ਦੂਜੇ ਬੰਦੇ ਵਾਸਤੇ ਕਾਨੂੰਨ ਹੋਰ ਹੈ। ਇਹ ਡਬਲ ਸਟੈਂਡਰਡ ਕਾਨੂੰਨ ਹੈ ਜਿਹੜਾ ਇਹ ਭਾਰਤ ਦੇ ਵਿੱਚ ਨਾ ਰੱਖਿਆ ਜਾਵੇ। ਇਹਦੇ ਵਿੱਚ ਜਿਹੜੇ ਹੁਕਮਰਾਨ ਨੇ, ਰਾਜ ਕਰਦੀਆਂ ਪਾਰਟੀਆਂ ਨੇ, ਉਹਨਾਂ ਨੂੰ ਇਹਦਾ ਜਵਾਬ। ਪਰ ਹੁਣ ਜਦੋਂ ਅਦਾਲਤ ਨੇ ਤੈਅ ਕਰਤਾ ਵੀ ਅਸੀਂ ਦੱਸਾਂਗੇ, ਇਹ ਹੁਣ ਸਾਨੂੰ 25 ਤਰੀਕ ਤੱਕ ਦੇ ਫੈਸਲੇ ਨੂੰ ਉਡੀਕਣਾ ਚਾਹੀਦਾ। ਢਿੱਲੋਂ ਸਾਹਿਬ, ਇੱਕ ਚੰਡੀਗੜ੍ਹ ਦੇ ਵਿੱਚ ਬਲੈਕ ਆਊਟ ਹੋ ਰਿਹਾ, ਜਿਹੜੇ ਉੱਥੇ ਦੇ ਕਰਮਚਾਰੀ ਨੇ ਉਹ ਹੜਤਾਲ ਤੇ ਚੱਲ ਰਹੇ ਨੇ। ਇਸ ਬਾਰੇ ਹਾਈ ਕੋਰਟ ਨੇ ਵੀ ਜਵਾਬ ਮੰਗਿਆ ਹੈ, ਕਿਸ ਤਰ੍ਹਾਂ ਦਾ ਜਵਾਬ ਮੰਗਿਆ? ਨਹੀਂ, ਹਾਈ ਕੋਰਟ ਨੇ ਨਹੀਂ ਕੀਤਾ। ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਈ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਕਿਹਾ। ਵੈਸੇ ਤਾਂ ਜਿਹੜੇ ਮੁੱਖ ਪ੍ਰਸ਼ਾਸਕ ਨੇ ਚੰਡੀਗੜ੍ਹ ਦੇ, ਉਹ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ। ਉਹਨਾਂ ਦੀ ਕੋਈ ਗੱਲਬਾਤ ਹੋ ਗਈ ਹੈ। ਉਹਦਾ ਕਾਰਨ ਕੀ ਹੈ? ਜਿਹੜੇ ਕਾਰਨ ਤੇ ਨਹੀਂ ਜਾਇਆ ਜਾਂਦਾ, ਇਸ ਵੇਲੇ ਚੰਡੀਗੜ੍ਹ ਦਾ ਜਿਹੜਾ ਬਿਜਲੀ ਬੋਰਡ ਆ ਉਹ 365 ਕਰੋੜ ਰੁਪਏ ਮੁਨਾਫੇ 'ਚ ਹੈ, ਔਰ ਜਿਹੜੀ ਬਿਜਲੀ ਹੈ ਉਹ 2.5 ਰੁਪਏ ਤੇ 4.5 ਰੁਪਏ ਤੇ ਦਿੱਤੀ ਜਾ ਰਹੀ ਹੈ। ਉਹ ਕਹਿੰਦੇ ਵੀ ਜਿਹੜੀ ਨਵੀਂ ਕੰਪਨੀ ਆ ਰਹੀ ਆ ਐਮੀਨੈਂਟ, ਉਹ ਕੰਪਨੀ ਨੇ ਇਹਦਾ ਭਾਅ ਦੁੱਗਣੇ ਤੋਂ ਵੀ ਵੱਧ ਕਰ ਦੇਣਾ। 5 ਜਿਹੜੀ 4.5 ਹੈ, ਇਹ ਕੈਟਾਗਰੀ 9 ਰੁਪਏ ਤੱਕ ਜਾ ਸਕਦੀ ਹੈ। ਇਸ ਕਰਕੇ ਜਿਹੜੀ ਚੀਜ਼ ਮੁਨਾਫੇ 'ਚ ਹੋਵੇ ਉਹਨੂੰ ਤੋੜ ਕੇ ਕਿਉਂ ਕਾਰਪੋਰੇਟ ਸੈਕਟਰਾਂ ਨੂੰ ਦਿੱਤਾ ਜਾਵੇ? ਇਹਨਾਂ ਦੀ ਆਪਸ ਵਿੱਚ ਦੀ ਗੱਲ ਹੋਈ। ਕੁਝ ਇਹਨਾਂ ਦੇ ਮੁਲਾਜ਼ਮ ਜਿਹੜੇ ਨੇ ਆਗੂ, ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਲੇਕਿਨ ਇਹ ਗੱਲ ਆਪਸ ਵਿੱਚ ਦੀ ਚੱਲੀ ਸੀ। ਜਦੋਂ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ ਕਿ ਜਿਹੜੀ ਬਿਜਲੀ ਹੈ ਉਹ ਅੱਜ ਸ਼ਾਮ ਤੱਕ ਬਹਾਲ ਕਰ ਦੇਣਾ, ਇਹਦਾ ਨੁਕਸਾਨ ਕੀ ਹੋਇਆ? ਉੱਥੋਂ ਦੀ ਇੰਟਰਨੈਟ ਸੇਵਾ ਬੰਦ ਪਈ ਹੈ। ਟ੍ਰੈਫਿਕ ਬੱਤੀਆਂ ਨੂੰ ਮੈਨੂਅਲ ਤੌਰ ਤੇ ਉੱਤੇ ਵਿਅਕਤੀਗਤ ਬੰਦਿਆਂ ਦੇ ਰਾਹੀਂ ਚਲਾਇਆ ਜਾ ਰਿਹਾ ਹੈ। ਪਾਣੀ ਨਹੀਂ ਹੈਗਾ ਪੀਣ ਦਾ ਕਈ ਘਰਾਂ ਦੇ ਵਿੱਚ। ਇਹਨੂੰ ਹਾਈ ਕੋਰਟ ਨੇ ਵੀ ਬਹੁਤ ਸਖਤ ਰੂਪ ਦੇ ਵਿੱਚ ਲਿਆ ਤੇ ਆਪਸ ਵਿੱਚ ਦੀ ਚੀਫ ਇੰਜੀਨੀਅਰ, ਮੁਲਾਜ਼ਮ ਜਥੇਬੰਦੀਆਂ ਤੇ ਮੁੱਖ ਪ੍ਰਸ਼ਾਸਕ ਦੇ ਸਲਾਹਕਾਰ, ਇਹ ਸਾਰਿਆਂ ਨੇ ਇਹਨਾਂ ਨਾਲ ਮੀਟਿੰਗ ਵੀ ਕੀਤੀ ਹੈ। ਇਨੋਵੇਟਿਵ ਨੇ ਦਾ ਸੂਆ ਮੋਟਸ ਨੋਟਿਸ ਪਹਿਲਾਂ ਹਾਈ ਕੋਰਟ ਨੇ ਲਿਆ ਸੀ, ਫਿਰ ਸੁਪਰੀਮ ਕੋਰਟ ਨੇ ਲਿਆ। ਉਹਨਾਂ ਨੇ ਹਾਈ ਕੋਰਟ ਨੂੰ ਆਦੇਸ਼ ਕੀਤਾ ਵੀ ਪੁੱਛੋ ਇਹਨਾਂ ਨੂੰ ਵੀ ਕਦੋਂ ਤੱਕ ਇਹ ਜਿਹੜੀ ਬਿਜਲੀ ਸਪਲਾਈ ਆ ਬਹਾਲ ਕਰ ਦੇਣਗੇ। 72 ਘੰਟੇ ਦੀ ਸੀ, ਅੱਜ ਸ਼ਾਮ ਤੱਕ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਇਹ ਬਿਜਲੀ ਬਹਾਲ ਕਰ ਦੇਵਾਂਗੇ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਰਾਜਸੀ ਲੋਕ ਆ ਉਹਦੇ ਕਰਕੇ ਘਾਟਾ ਪੈਂਦਾ ਹੈ, ਕਿਉਂਕਿ ਜਿੱਥੇ ਬਿਜਲੀ ਚੋਰੀ ਰੋਕਣ ਜਾਂਦੇ ਆ ਤਾਂ ਸਿਆਸੀ ਆਗੂਆਂ ਦੇ ਫੋਨ ਆ ਜਾਂਦੇ ਨੇ। ਮਾਣਯੋਗ ਅਦਾਲਤ ਇਹ ਸਿਆਸੀ ਆਗੂਆਂ ਦੀ ਦਖਲਅੰਦਾਜ਼ੀ ਬੰਦ ਕਰੇ। ਜਾਂ ਜੋ 365 ਕਰੋੜ 'ਚ ਹੈ ਤਾਂ ਸਾਲ ਦੇ ਵਿੱਚ 500 ਕਰੋੜ ਦੇ ਵਿੱਚ ਮੁਨਾਫੇ 'ਚ ਵੀ ਆ ਸਕਦਾ। ਜਿਹੜੀ ਚੀਜ਼ ਮੁਨਾਫੇ 'ਚ ਹੋਵੇ ਉਹਨੂੰ ਤੋੜ ਕੇ ਨਿੱਜੀ ਘਰਾਣਿਆਂ ਨੂੰ ਕਿਉਂ ਦਿੱਤੀ ਜਾਵੇ? ਢਿੱਲੋਂ ਸਾਹਿਬ, 10ਵੀਂ ਤੇ 12ਵੀਂ ਦੇ ਐਗਜ਼ਾਮਾਂ ਬਾਰੇ ਵੀ ਫੈਸਲਾ, ਕੀ ਹੁਣ ਫੈਸਲਾ ਆਇਆ ਨਵਾਂ? ਇਹ ਨਾ ਸੁਪਰੀਮ ਕੋਰਟ ਦੇ ਵਿੱਚ ਇੱਕ ਦਰਖਾਸਤ ਪਾਈ ਸੀ ਕਿਸੇ ਨੇ ਕਿ ਪਿਛਲੇ ਲੰਬੇ ਸਮੇਂ ਤੋਂ ਬੰਦ ਰਹੇ ਨੇ ਸਕੂਲ ਤੇ ਕਾਲਜ, ਤੇ ਸਕੂਲਾਂ ਦੇ ਬੱਚਿਆਂ ਦੀ ਜਿਹੜੀ ਪ੍ਰੀਖਿਆ ਹੈਗੀ ਉਹ ਆਨਲਾਈਨ ਹੀ ਕਰਾਈ ਜਾਵੇ। ਇਹ ਚੀਜ਼ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਰੱਦ ਕਰਤਾ। ਕਹਿੰਦੇ ਬਿਲਕੁਲ ਨਹੀਂ, ਜੋ ਪੁਰਾਣੀ ਤਰੀਕਾ ਹੈਗਾ ਤੁਹਾਨੂੰ ਪੜ੍ਹਾਈ ਵਾਸਤੇ ਉਹਨਾਂ ਨੇ ਆਨਲਾਈਨ ਮੰਨ ਲਿਆ ਸੀ, ਲੇਕਿਨ ਪ੍ਰੀਖਿਆ ਜਿਹੜੀ ਹੈ ਉਹ ਲਿਖਤੀ ਰੂਪ ਦੇ ਤੌਰ ਤੇ ਉੱਤੇ ਕਾਲਜਾਂ ਦੇ ਵਿੱਚ ਜਾ ਕੇ ਹੋਵੇਗੀ। ਕਿਉਂ ਕਿ ਹੁਣ ਹਰ ਤਰ੍ਹਾਂ ਦੀਆਂ ਪਾਬੰਦੀਆਂ ਖਤਮ ਹੋ ਚੁੱਕੀਆਂ ਨੇ, ਇਸ ਕਰਕੇ ਬੱਚੇ ਸਕੂਲਾਂ ਦੇ ਵਿੱਚ ਜਾ ਸਕਦੇ ਆ। ਹੁਣ ਤਾਂ ਪ੍ਰਾਇਮਰੀ ਦੇ ਸਕੂਲਾਂ ਦੇ ਬੱਚੇ ਵੀ ਸਕੂਲਾਂ 'ਚ ਜਾਣੇ ਸ਼ੁਰੂ ਹੋ ਗਏ ਨੇ ਜੀ। ਧੰਨਵਾਦ, ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ, ਸੀਨੀਅਰ ਐਡੀਟਰ ਨੇ ਚੈਨਲ ਦੇ, ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਮੁੱਦਿਆਂ ਤੇ ਬਰੀਕੀ ਦੇ ਨਾਲ ਸਮਝਾਇਆ ਗਿਆ ਹੈ। ਕੈਮਰਾਮੈਨ ਜੌਨਸਨ ਦੇ ਨਾਲ ਕੁਲਦੀਪ ਸਿੰਘ ਪੋੜੇ, D5 ਚੈਨਲ ਪੰਜਾਬੀ, ਪਟਿਆਲਾ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ? ਕਿਵੇਂ ਬਣਦੀ ਹੈ ਵਸੀਅਤ? ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com, ਕਾਨੂੰਨ ਜਾਇਦਾਦ ਦਾ।